GMS ਦਾ ਅੱਜ ਸਾਡਾ ਚੈਪਟਰ ਨੰਬਰ 10 ਐਲੀਮੀਨੇਸ਼ਨ ਐਂਡ ਸਰਫੇਸ ਸ਼ੇਡਿੰਗ। ਇਹ ਆਪਣੇ ਆਪ 'ਚ ਤੁਹਾਡੇ ਦੋ ਲੌਂਗ ਕੁਐਸਚਨ ਟੂ ਦਾ ਪੁਆਇੰਟ ਤੁਹਾਡੇ ਕਵਰ ਕਰੂਗਾ। ਤਾਂ ਹੁਣ ਐਲੀਮੀਨੇਸ਼ਨ ਐਂਡ ਸਰਫੇਸ ਸ਼ੇਡਿੰਗ ਚੈਪਟਰ ਦੇ ਵਿੱਚ ਪਹਿਲਾਂ ਅਸੀਂ ਜੇ ਦੇਖੀਏ ਕਿ ਅਸੀਂ ਰੀਅਲਿਸਟਿਕ ਡਿਸਪਲੇ ਦਿਖਾਉਣ ਲਈ ਕੋਈ ਚੀਜ਼ ਅਸੀਂ ਸਪੋਜ਼ ਕਰੋ ਕਿ ਮੈਂ ਇੱਥੇ ਕੋਈ ਟਰੀ ਦਿਖਾ ਰਹੀ ਹੈਗੀ, ਠੀਕ ਹੈ। ਟਰੀ ਦੇ ਨੀਚੇ ਮੈਂ ਕੋਈ ਚੀਜ਼ ਚਲੋ ਕਾਰ ਖੜੀ ਦਿਖਾ ਰਹੀ ਹਾਂ, ਤਾਂ ਇਹਨੂੰ ਇੱਕ ਰੀਅਲਿਸਟਿਕ ਵਿਊ ਦਿਖਾਉਣ ਦੇ ਲਈ, ਠੀਕ ਹੈ, ਕਿ ਦੇਖਣ 'ਚ ਲੱਗੇ ਰੀਅਲ ਹੈ, ਇੱਦਾਂ ਦਾ ਕੁਛ ਸੀਨ ਦਿਖਾਉਣ ਦੇ ਲਈ ਪਹਿਲਾਂ ਤਾਂ ਪਰਸਪੈਕਟਿਵ ਪ੍ਰੋਜੈਕਸ਼ਨਸ ਕਰੋ, ਜੋ ਕਿ ਅੱਗੇ ਪਹਿਲਾਂ ਵਾਲੇ ਚੈਪਟਰ ਦੇ ਵਿੱਚ ਹੈ, ਬਟ ਮੈਂ ਤੁਹਾਨੂੰ ਹਜੇ ਕਰਵਾਇਆ ਨਹੀਂ, ਬਾਅਦ ਵਿੱਚ ਕਰ ਲਾਂਗੇ ਆਪਾਂ। ਤਾਂ ਮਤਲਬ ਉਹਨੂੰ ਉਸ ਅਕੋਰਡਿੰਗ ਬਣਾ ਕੇ ਦਿਖਾਓ ਦੋ ਫੋਟੋ ਨੂੰ। ਫਿਰ ਉਹਦੇ ਉੱਪਰ ਲਾਈਟਿੰਗ ਇਫੈਕਟ ਦਿਖਾਓ। ਲਾਈਟਿੰਗ ਇਫੈਕਟ ਦੇਖੋ ਓਬਵੀਅਸਲੀ ਚੀਜ਼ ਹੈ ਕਿ ਜੇ ਅਸੀਂ ਕਿਸੇ ਚੀਜ਼ ਨੂੰ ਨੈਚੁਰਲ ਅਤੇ ਜਾਂ ਰੀਅਲਿਸਟਿਕ ਦਿਖਾਉਣਾ ਚਾਹੁੰਦੇ ਹਾਂ ਤਾਂ ਸਿਰਫ ਇਹ ਮਤਲਬ ਨਹੀਂ ਹੁੰਦਾ ਕਿ ਉਸ ਚੀਜ਼ ਨੂੰ ਤੁਸੀਂ ਕਲਰ ਕਰ ਦਿਓ, ਚਲੋ ਰੀਅਲਿਸਟਿਕ ਬਣ ਗਈ, ਹੈ ਨਾ। ਤਾਂ ਉਹ 'ਚ ਅਸੀਂ ਇੱਕ ਚੀਜ਼ ਵੀ ਦਿਖਾਉਣੀ ਆ ਪੁੱਤ ਕਿ ਸਪੋਜ਼ ਕਰੋ ਮੇਰਾ ਸਨ ਹੈ ਇਸ ਸਾਈਡ, ਜੇ ਮੇਰਾ ਸਨ ਇਸ ਸਾਈਡ ਹੈ, ਠੀਕ ਹੈ, ਤਾਂ ਹੋ ਸਕਦਾ ਇੱਧਰ ਸਾਈਡ ਜਿਹੜੀ ਇਹਦੀ ਲਾਈਟ ਹੈ ਜ਼ਿਆਦਾ ਪੈ ਰਹੀ, ਥੋੜ੍ਹਾ ਜਿਹਾ ਖਿੜਿਆ ਜਾਂ ਗਰੀਨ ਲੱਗੇ, ਬਟ ਜੇ ਉਹਦੀ ਬੈਕ ਸਾਈਡ ਹੋ ਸਕਦਾ ਥੋੜ੍ਹੀ ਉਦੋਂ ਸਾਨੂੰ ਅੰਧੇਰਾ ਦਿਖਾਉਣਾ ਹੋਵੇ, ਆਪਾਂ ਥੋੜ੍ਹੀ ਛਾਂ ਟਾਈਪ ਦਿਖਾਉਣੀ ਹੈ, ਹੈ ਨਾ। ਤਾਂ ਇਹ ਵੀ ਚੀਜ਼ ਹੁੰਦੀ ਨਾ ਕਿ ਸਾਨੂੰ ਕੋਈ ਚੀਜ਼ ਜਿਹੜੀ ਦਿਖ ਰਹੀ ਹੈ ਉਹਦੇ ਦਿਖਣ ਦੇ ਵੀ ਤਾਂ ਕੀ ਹੁੰਦੇ ਨੇ, ਲਾਈਟ ਦੇ ਅਕੋਰਡਿੰਗ ਉਹਦਾ ਜਿਹੜਾ ਸਰਫੇਸ ਦੇ ਉੱਪਰ ਅਲੱਗ-ਅਲੱਗ ਫਰਕ ਪੈਂਦਾ ਹੈਗਾ। ਤਾਂ ਕਰਕੇ ਸਿਰਫ ਚੀਜ਼ ਨੂੰ ਦਿਖਾ ਦੇਣਾ, ਮਤਲਬ ਪ੍ਰੋਜੈਕਸ਼ਨਸ ਦੇ ਅਕੋਰਡਿੰਗ ਉਹ ਚੀਜ਼ ਆਬਜੈਕਟ ਬਣਾ ਕੇ ਦਿਖਾ ਦੇਣੀ ਹੀ ਇਨਫ ਨਹੀਂ ਹੈ। ਜੇ ਮੇਰਾ ਧਿਆਨ ਇੱਧਰ ਹੈ, ਠੀਕ ਹੈ, ਜਾਂ ਲਾਈਟ ਸੋਰਸ ਮੈਂ ਇੱਧਰੋਂ ਦਿਖਾ ਰਹੀ ਹਾਂ ਕਿ ਇੱਧਰੋਂ ਕੋਈ ਲਾਈਟ ਪੈ ਰਹੀ ਹੈ, ਤਾਂ ਆਹ ਇਹਦੀ ਬੈਕ ਸਾਈਡ ਦੀਆਂ ਚੀਜ਼ਾਂ ਥੋੜ੍ਹੀਆਂ ਜਿਹਾ ਇਹਦੇ ਨਾਲੋਂ ਡਾਰਕ ਦਿਖਣਗੀਆਂ। ਤਾਂ ਇਹਦੇ ਲਈ ਸਾਨੂੰ ਉਹਦੇ ਉੱਪਰ ਲਾਈਟਿੰਗ ਇਫੈਕਟ ਵੀ ਦੇਣੇ ਪੈਂਦੇ ਆ। ਇਹੀ ਸਾਡੇ ਚੈਪਟਰ ਦਾ ਮੇਨ ਕੰਮ ਹੈ। ਤਾਂ ਹੁਣ ਅਸੀਂ ਕੀ ਪੜ੍ਹਿਆ ਕਿ ਚਲੋ ਠੀਕ ਹੈ, ਤੁਸੀਂ ਇਮੇਜ ਬਣਾ ਲਈ, ਉਹਦੀ ਹਿਡਨ ਲਾਈਨ ਐਂਡ ਸਰਫੇਸ ਵੀ ਤੁਸੀਂ ਰਿਮੂਵ ਕਰਨ ਤੋਂ ਬਾਅਦ ਅਸੀਂ ਉਹਨੂੰ ਲਾਈਟ ਅਤੇ ਸ਼ੇਡ ਦੇਣਾ ਹੁੰਦਾ, ਠੀਕ ਹੈ। ਤਾਂ ਉਹਦੇ ਲਈ ਸਾਨੂੰ ਚੈੱਕ ਕੀ ਕਰਨਾ ਹੋ, ਅੱਛਾ ਅਸੀਂ ਇਹ ਵੀ ਨਹੀਂ ਬੇਟਾ ਕਿ ਕਲਰ ਅਸੀਂ ਐਵੇਂ ਹੀ ਕਰਤਾ ਜਾਂ ਲਾਈਟ ਅਸੀਂ ਵੈਸੇ ਹੀ ਦਿਖਾਤੀ। ਹੁਣ ਜੇ ਇੱਕ ਪਾਸੇ ਤੁਸੀਂ ਕੋਈ ਸ਼ਾਈਨੀ ਆਬਜੈਕਟ ਦਿਖਾ ਰਹੇ ਹਾਂ, ਜਿਵੇਂ ਮੈਂ ਕਾਰ ਕਿਹਾ ਤਾਂ ਕਾਰ ਦੀ ਬੋਡੀ ਥੋੜ੍ਹੀ ਸ਼ਾਈਨੀ ਹੁੰਦੀ ਹੈ ਨਾ, ਉਹਦੇ ਉੱਪਰ ਲਾਈਟਿੰਗ ਇਫੈਕਟ ਕੁਛ ਹੋਰ ਹੋਊਗਾ। ਟਰੀ ਜਿਹੜਾ ਹੈ ਉਹ ਰਫ ਜਿਹਾ ਹੋ ਗਿਆ ਇੱਕ ਤਰ੍ਹਾਂ ਦਾ, ਹੈ ਨਾ, ਤਾਂ ਉਹਦਾ ਕੁਛ ਹੋਰ ਤਰ੍ਹਾਂ ਦਾ ਇਫੈਕਟ ਆਉਂਦਾ। ਤਾਂ ਕਰਕੇ ਤੁਸੀਂ ਇੱਦਾਂ ਦੇ ਸਰਫੇਸਿਸ ਦਿਖਾਉਣੇ ਕਿ ਚਲੋ ਉਹਨੂੰ ਉਹਦੇ ਮਟੀਰੀਅਲ ਅਕੋਰਡਿੰਗ ਉਹਨੂੰ ਥੋੜ੍ਹਾ ਰੀਅਲਿਸਟਿਕ ਬਣਾਉਣਾ। ਤਾਂ ਇਹ ਸਾਰਾ ਕੰਮ ਹੈ ਐਲੀਮੀਨੇਸ਼ਨ ਮਾਡਲਸ ਦਾ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਗ੍ਰੇਟਰ ਰੀਅਲਿਜ਼ਮ ਅਚੀਵ ਕਰਨ ਦੇ ਲਈ ਤੁਸੀਂ ਉਸਨੂੰ ਉਸੇ ਅਕੋਰਡਿੰਗ ਕਲਰ ਕਰੋ। ਕਲਰ ਕੀ ਕਰੋ, ਕਹਿੰਦੇ ਬੇਸ਼ੱਕ ਇੱਕ ਹੀ ਚੀਜ਼ ਹੈ, ਇੱਕ ਹੀ ਮਟੀਰੀਅਲ ਦੀ ਬਣੀ ਹੈ, ਠੀਕ ਹੈ, ਬਟ ਫਿਰ ਵੀ ਜਦੋਂ ਹਿਊਮਨ ਆਈ ਉਹਨੂੰ ਦੇਖਦੀ ਹੈ ਉਹ ਡਿਫਰੈਂਟ ਕਲਰ ਸ਼ੇਡਸ ਦਿਖੂਗੀ ਸਾਨੂੰ, ਜੇ ਅਸੀਂ ਉਹਨੂੰ ਅਲੱਗ-ਅਲੱਗ ਪੋਜੀਸ਼ਨਸ ਤੋਂ, ਅਲੱਗ-ਅਲੱਗ ਓਰੀਐਂਟੇਸ਼ਨਸ ਤੋਂ ਦਿਖਦੇ ਆ। ਕਿਉਂਕਿ ਹਰ ਮਟੀਰੀਅਲ ਦੇ ਅਲੱਗ-ਅਲੱਗ ਕਰੈਕਟਰਿਸਟਿਕਸ ਹੋਣਗੇ। ਉਹਦੇ ਲਾਈਟ ਦੇ ਉੱਪਰ ਜਿਹੜੀ ਲਾਈਟ ਉਹਦੇ ਉੱਪਰ ਐਲੀਮੀਨੇਟ ਹੋ ਰਹੀ ਹੈ ਨਾ, ਲਾਈਟ ਪੈ ਰਹੀ ਦੇ ਅਕੋਰਡਿੰਗ, ਚਲੋ ਠੀਕ ਹੈ ਕਿ ਚਲੋ ਇੱਕ ਆਪਾਂ ਇਹ ਬਾਕਸ ਬਣਾ ਕੇ ਦਿਖਾ ਰਹੇ ਹਾਂ, ਇਹ ਕਿਸੇ ਸ਼ਾਈਨੀ ਮਟੀਰੀਅਲ ਦਾ ਬਣਿਆ ਹੋਇਆ ਹੈਗਾ, ਠੀਕ ਹੈ। ਜੇ ਮੈਂ ਇੱਧਰੋਂ ਦੇਖ ਰਹੀ ਹਾਂ ਬੇਟਾ ਤਾਂ ਉਦੋਂ ਮੈਨੂੰ ਤਾਂ ਕਲਰ ਇੱਧਰੋਂ ਥੋੜ੍ਹਾ ਬਰਾਈਟ ਲੱਗਿਆ, ਠੀਕ ਹੈ, ਬਟ ਬਾਕੀ ਕਲਰਸ ਇਹਦੇ ਥੋੜ੍ਹੇ ਜਿਹੇ ਬਲੈਕਿਸ਼ ਜਿਹੇ ਦਿਖਣਗੇ, ਅੰਧੇਰਾ ਜਿਹਾ ਦਿਖੂ, ਹੈ ਨਾ। ਜੇ ਮੈਂ ਇੱਧਰੋਂ ਦੇਖ ਰਹੀ ਕੁਛ ਹੋਰ ਦਿਖੂ, ਮਤਲਬ ਤੁਹਾਡੇ ਕਿਸ ਸਾਈਡ ਤੋਂ ਤੁਸੀਂ ਦੇਖ ਰਹੇ ਹੋ, ਠੀਕ ਹੈ, ਉਹਦਾ ਲਾਈਟਿੰਗ ਸੋਰਸ ਕਿਹੜੀ ਸਾਈਡ ਹੈ, ਉਸ ਅਕੋਰਡਿੰਗ ਮਟੀਰੀਅਲ ਕਿਹੜਾ ਸਾਈਡ ਹੈ, ਇਹ ਸਾਰੀਆਂ ਚੀਜ਼ਾਂ ਦਾ ਵੀ ਇਫੈਕਟ ਪੈਂਦਾ। ਐਸੇ ਚੀਜ਼ ਨੂੰ ਅਸੀਂ ਕਹਿੰਦੇ ਹੈਗੇ ਐਲੀਮੀਨੇਸ਼ਨ। ਤਾਂ ਚੈਪਟਰ ਦੇ ਵਿੱਚ ਅਸੀਂ ਦੋ ਟੌਪਿਕ ਹੀ ਤੁਹਾਨੂੰ ਮੈਂ ਕਿਹਾ ਕਵਰ ਕਰਨਾ, ਦੋਨੇ ਹੀ ਲੌਂਗ ਕੁਐਸਚਨ ਆ। ਪਹਿਲਾ ਐਲੀਮੀਨੇਸ਼ਨ ਮਾਡਲਸ, ਦੂਸਰਾ ਸਰਫੇਸ ਰੈਂਡਰਿੰਗ ਐਲਗੋਰਿਥਮਸ। ਤਾਂ ਐਲੀਮੀਨੇਸ਼ਨ ਮਾਡਲਸ ਕੀ ਹੈ ਬੇਟਾ, ਇਹਨਾਂ ਨੂੰ ਲਾਈਟਿੰਗ ਮਾਡਲ ਜਾਂ ਸ਼ੇਡਿੰਗ ਮਾਡਲ ਵੀ ਕਿਹਾ ਜਾਂਦਾ, ਜਿਹਦੇ ਨਾਲ ਅਸੀਂ ਲਾਈਟ ਦੀ ਇੰਟੈਂਸਿਟੀ ਕੈਲਕੂਲੇਟ ਕਰਦੇ ਹਾਂ ਕਿ ਇੱਕ ਸਰਫੇਸ ਦੇ ਉੱਪਰ, ਕਿਸੇ ਆਬਜੈਕਟ ਦੇ ਸਰਫੇਸ 'ਤੇ ਕਿਸੇ ਇੱਕ ਪੁਆਇੰਟ 'ਤੇ ਕਿੰਨੀ ਲਾਈਟ ਪੈ ਰਹੀ ਹੋਊ, ਉਹਦੀ ਇੰਟੈਂਸਿਟੀ ਨੂੰ ਹੀ ਕੈਲਕੂਲੇਟ ਕਰਨ ਲਈ ਐਲੀਮੀਨੇਸ਼ਨ ਮਾਡਲਸ ਨੂੰ ਯੂਜ਼ ਕੀਤਾ ਜਾਂਦਾ। ਸਰਫੇਸ ਰੈਂਡਰਿੰਗ ਐਲਗੋਰਿਥਮ ਕੀ ਹੁੰਦੀ ਹੈ ਕਿ ਅਸੀਂ ਇੱਕ ਪੁਆਇੰਟ 'ਤੇ ਤਾਂ ਚਲੋ ਕੈਲਕੂਲੇਟ ਕੀਤੀ ਇੰਟੈਂਸਿਟੀ, ਠੀਕ ਹੈ, ਬਾਕੀਆਂ ਦੇ ਉੱਪਰ ਉਸੇ ਇੰਟੈਂਸਿਟੀ ਨੂੰ ਘੁਮਾ ਦੇਣਾ, ਠੀਕ ਹੈ, ਬਾਕੀਆਂ ਨੂੰ ਵੀ ਉਸੇ ਅਕੋਰਡਿੰਗ ਜਿਹੜੀ ਹੈਗੀ ਕਲਰਿੰਗ ਦੇ ਦੇਣੀ, ਲਾਈਟਿੰਗ ਇਫੈਕਟ ਦੇ ਦੇਣਾ, ਉਹਨੂੰ ਸਰਫੇਸ ਰੈਂਡਰਿੰਗ ਮੈਥਡ ਬੋਲਦੇ ਹੈਗੇ। ਕਲੀਅਰ। ਤਾਂ ਹੁਣ ਇੰਨੇ ਕੁ ਬੇਸਿਕਸ ਤੋਂ ਬਾਅਦ ਹੁਣ ਸਾਡੇ ਕੁਝ ਬੇਸਿਕਸ ਟੌਪਿਕਸ ਨੇ। ਪਹਿਲਾਂ ਤਾਂ ਲਾਈਟ ਸੋਰਸ ਹੀ ਕੀ ਹੁੰਦਾ, ਤਾਂ ਜਿਸ ਤੋਂ ਜਿਹੜੀ ਲਾਈਟ ਹੈਗਾ, ਜਿੱਥੋਂ ਸਾਨੂੰ ਲਾਈਟ ਮਿਲ ਰਹੀ ਹੈ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ, ਲਾਈਟ ਸੋਰਸ। ਹੁਣ ਲਾਈਟ ਸੋਰਸ ਵੀ ਦੋ ਤਰ੍ਹਾਂ ਦੇ, ਲਾਈਟ ਐਮਿਟਿੰਗ ਹੈ ਕਿ ਲਾਈਟ ਰਿਫਲੈਕਟਿੰਗ ਹੈ। ਜੇ ਤਾਂ ਉਹ ਖੁਦ ਲਾਈਟ ਪ੍ਰੋਡਿਊਸ ਕਰ ਰਹੇ ਆ, ਜਿਵੇਂ ਸਨ, ਸਟਾਰ, ਬਲਬ, ਤਾਂ ਉਹ ਲਾਈਟ ਐਮਿਟਿੰਗ ਆ। ਜੇ ਉਹ ਖੁਦ ਨਾ ਪ੍ਰੋਡਿਊਸ ਕਰਕੇ ਰਿਫਲੈਕਟ ਕਰ ਰਿਹਾ ਕਿਸੇ ਦੀ ਲਾਈਟ ਨੂੰ, ਤਾਂ ਉਹ ਲਾਈਟ ਰਿਫਲੈਕਟਿੰਗ ਹੈ। ਜਿਵੇਂ ਵਾਲਸ ਆਫ ਅ ਰੂਮ, ਸਪੋਜ਼ ਕਰੋ ਇੱਕ ਵਾਲ ਹੈ, ਤੁਸੀਂ ਇੱਧਰੋਂ ਟਾਰਚ ਮਾਰ ਰਹੇ ਹੋ,
ठीक है। बट फिर भी देखो टॉर्च तो इत्थे तुसीं कीती ना, बट फिर भी लाइट रिफ्लैक्ट होगी, इहदे रिफ्लैक्ट होने नाल आसे पासे भी थोड़ा थोड़ी जिहड़ी रोशनी हो जूगी, उही चीज़ लाइट रिफ्लैक्टिंग असीं बोलते हैं। ठीक है, तो ये सब कुछ तुसीं बेसिक्स ध्यान च रखोगे। ओके, नैक्सट आउंदा बेटा कि हुण देखो साडे किन्नी लाइट रिफ्लैक्ट होगी। ये कल्ला असीं ये नहीं कह सकते कि भी साडे मीडियम दे मतलब साडी किन्नी लाइट पै रही है, सिर्फ इस अकॉर्डिंग असीं कढ देंगे। टोटल लाइट किन्नी रिफ्लैक्टड होनी है, ये बहुत सारियां गल्लां करके डिसीजन लैंदे आ कि साडा लाइट सोर्स की है। ठीक है, किहो जी सरफेस के उपर लाइट पै रही है, उस अकॉर्डिंग असीं दसदे हैं कि किन्नी लाइट रिफ्लैक्ट होगी। क्लीयर। तो दो तरह के जिहड़े तुहाडे लाइट एमिटिंग सोर्सिज ने, किहड़े ने, पहला आउंदा बेटा पॉइंट सोर्स। हुण असीं लाइट एमिट किया ना, वो जिहड़े लाइट प्रोड्यूस करते हैं ना अपने आप। हुण एक दा हुंदा गा पॉइंट सोर्स। पॉइंट सोर्स असीं उदों कहने आ जो समॉल इन डायमेंशनस होगी, जिहड़ा एमिटिंग सरफेस है वो समॉल इन डायमेंशन होगा, असीं उसनूं पॉइंट सोर्स कहा। ठीक है, जिवें सन हो गया। तो जेकर असीं गल करिए, पहले तुहानूं मैं दूसरी एग्जाम्पल ही दिखा दें नाल नाल। दूसरा डिस्ट्रीब्यूटड लाइट सोर्स। डिस्ट्रीब्यूटड लाइट सोर्स दे विच एग्जाम्पल तुहाडी लई हुई है लैंप दी, जिहड़ा सिर्फ एक साइड जिहड़ियां रेज ने वो कढ रहा है। ठीक है, तो ये हुंदा तुहाडा डिस्ट्रीब्यूटड लाइट सोर्स। इहदी एग्जाम्पल देख लो पहला। पॉइंट सोर्स असीं इसनूं कहने आंगे। ठीक है, जिवें इहदे सारे पासे जिहड़ियां रेज जा रहीआं, तो ये हुंदा तुहाडा डिस्ट्रीब्यूटड लाइट सोर्स। ठीक है जी, तो इन्हां दी एक बेसिक्स की डेफिनेशनस करन तो बाद, ठीक है, तो हुण नैक्सट आउंदा साडा, जिवें पहला भी आपां देख लिया कि जिहड़ी लाइट किसी सरफेस ते पै रही हैगी है ना, वो रिफ्लैक्ट भी होगी, कुछ उहदे विचों लाइट अब्जॉर्ब हो जूगी, कुछ तो उही चीज़ सोख ही लैंदी है ना लाइट नूं, कुछ वो लाइट अब्जॉर्ब होगी। तो इस तरीके जिहड़ी लाइटिंग हैगी है असीं वो इफैक्ट दिखाउणे हुंदे आ। हुण लाइट रिफ्लैक्टड भी तुहानूं आपां दस्सिआ किन्नी लाइट रिफ्लैक्ट हो, किन्नी अब्जॉर्ब हो, वो डिपेंड करू तुहाडे मटीरियल ते कि तुहाडा मटीरियल किदां दा। इहदी एक बेस्ट जी एग्जाम्पल है बेटा, असीं किते दिने धुप्प वाले किसी चमकदी चीज़ नूं करदे हैं तो बड़े एक आपां ने कहते लिशकोर पैंदी है ना, एकदम तो रिफ्लैक्ट हुंदी है लाइट, बहुत तेज़ रिफ्लैक्शन हुंदी है। बट उही लाइट जो किसी डल सरफेस ते पै रही होगी तो वो उन्नी रिफ्लैक्ट नहीं हुंदी, तां करके मटीरियल अकॉर्डिंग भी तुहाडी लाइट दी रिफ्लैक्शन डिपेंड करूगी। तो हुण उही चीज़ कि जे देखो किसी तुसीं ओपेक सरफेस के उपर जिहड़ी लाइट पा रहे हो, कुछ जिहड़ी लाइट है वो रिफ्लैक्ट हो जूगी, कुछ पार्ट जिहड़ा ऑब्जर्व हो जूगा। तो ये तो सानूं पता ही है कि चीज़ां बेसिक्स ने। हुण रिफ्लैक्शन की गल कर रहे हैं, किसी रिफ्लैक्शन किन्ने तरह की है। हुण पहलां असीं लाइट सोर्स देख लिया की है, किदां दी लाइट है। एक लाइट इमिटिंग है, ठीक है, लाइट रिफ्लैक्टिंग है। हुण लाइट रिफ्लैक्टिंग दियां भी दो टाइप्स ने, जिहड़ियां तुसीं शॉर्ट नोट ले भी करोगे, डिफ्यूज रिफ्लैक्शन तो स्पैकुलर रिफ्लैक्शन। डिफ्यूज हुंदी है कि जिहदे जिहड़ी थोड़ी लाइट हैगी, ठीक है, जिहड़ी थोड़ी रिफ्लैक्शन है एक सिंगल डायरैक्शन दे विच नहीं होगी, मतलब सारियां डायरैक्शन दे विच जिहड़ी तुहाडी लाइट है वो थोड़ी थोड़ी वेट थोड़ी साडी लाइट जिहड़ी है वो थोड़ी सारियां ही डायरैक्शनस दे विच रिफ्लैक्ट होगी। किदां सपोज करो मेरे एक सरफेस है, इत्थों को लाइट टकराई बेटा, टकरा के वो सारियां डायरैक्शन दे विच थोड़ी रिफ्लैक्ट होगी, वो तो असीं उसनूं डिफ्यूज रिफ्लैक्शन बोलते हैंगे। ਇਹਦੇ ਲਈ एग्जाम्पल है जिवें किसी रफ सरफेस से या ग्रीनी जिवें कार्डबोर्ड, इन्हां दे उपर जो लाइट पैंदी है तो वो जो इक्को जी सारियां डायरैक्शनस दे विच रिफ्लैक्ट हो जाती है, असीं उसनूं डिफ्यूज की एग्जाम्पल लैंदे हैंगे। स्पैकुलर रिफ्लैक्शन वो होंदी है कि जदों जिहड़ी तुहाडी लाइट है एक पर्टिकुलर डायरैक्शन च ही रिफ्लैक्ट हो जानी, उदों असीं उसनूं स्पैकुलर रिफ्लैक्शन कहने। जिवें तुहानूं मैं कहा सी ना कि एक बार दा बेटा तुसीं किसी रफ जी जगह ते लाइट देखो तो एक किसी शाइनी ऑबजैक्ट के उपर तुसीं लाइट देखो, जो भी शाइनी ते वो एक डायरैक्शन दे विच बहुत ज़्यादा लाइट रिफ्लैक्ट होंदी है, तो स्पैकुलर की ही एग्जाम्पल होगी। तो स्पैकुलर रिफ्लैक्शन वो जिस दे विच जिहड़ी तुहाडी लाइट एक साइड नूं ज़्यादा जिहड़ी हैगी है रिफ्लैक्ट होगी, जिवें किसी शाइनी सरफेस ते शाइनी मैटल्स के उपर जो कोई लाइट रिफ्लैक्ट करती है तो वो एग्जाम्पल होंदी तुहाडी स्पैकुलर रिफ्लैक्शन की। तो ये साडा बेसिक्स इस चैप्टर दे। सब तो पहला तो एलिमीनेशन एंड सरफेस शेडिंग है कि किसी भी इमेज नूं बना देना ही सिर्फ रियलिस्टिक नहीं होता, उहदे उपर लाइटिंग इफैक्ट भी दिखाउणा
ਕਿ ਇੱਕ ਸਾਈਡ ਤੋਂ ਲਾਈਟ ਆ ਰਹੀ ਹੈ ਤਾਂ ਉਹਦੀ ਬੈਕ ਸਾਈਡ ਕਿੱਦਾਂ ਹੋਊਗੀ, ਅਲੱਗ-ਅਲੱਗ ਵਿਊਇੰਗ ਡਾਇਰੈਕਸ਼ਨਸ ਤੋਂ ਕਿਸੇ ਚੀਜ਼ ਨੂੰ ਦਿਖਾਉਣਾ, ਮਟੀਰੀਅਲਸ ਦੇ ਅਕੋਰਡਿੰਗ ਰੀਅਲਿਸਟਿਕ ਦਿਖਾਉਣ ਦੀ ਕੋਸ਼ਿਸ਼ ਕਰਨ ਨੂੰ ਅਸੀਂ ਕਹਿੰਦੇ ਆ। ਉਹਦੇ ਸਾਨੂੰ ਐਲੀਮੀਨੇਸ਼ਨ ਮਾਡਲ ਤੇ ਸਰਫੇਸ ਰੈਂਡਰਿੰਗ ਐਲਗੋਰਿਦਮਸ ਯੂਜ਼ ਕਰਨੀਆਂ ਪੈਂਦੀਆਂ ਨੇ। ਫਿਰ ਬੇਸਿਕਸ ਕਵਰ ਕੀਤੇ ਸੀ। ਲਾਈਟ ਸੋਰਸ ਕਿੰਨੇ ਤਰ੍ਹਾਂ ਦੇ ਨੇ, ਲਾਈਟ ਐਮਿਟਿੰਗ ਤੇ ਲਾਈਟ ਰਿਫਲੈਕਟਿੰਗ ਨੇ। ਇੱਕ ਲਾਈਟ ਖੁਦ ਪ੍ਰੋਡਿਊਸ ਕਰਦੇ, ਇੱਕ ਲਾਈਟ ਰਿਫਲੈਕਟ ਕਰਦੇ ਆ। ਇਸ ਤੋਂ ਬਾਅਦ ਪੁਆਇੰਟ ਕੀਤਾ ਸੀ ਜਿਸ ਦੇ ਵਿੱਚ ਸਾਰੀਆਂ ਹੀ ਡਾਇਰੈਕਸ਼ਨਸ ਦੇ ਵਿੱਚ ਉਹਨੇ ਸਮਾਲ ਡਾਇਮੈਂਸ਼ਨਸ ਦੇ ਵਿੱਚ ਸਭ ਜਗ੍ਹਾ ਹੀ ਲਾਈਟ ਜਿਹੜੀ ਹੈ ਆਪਣੀ ਭੇਜੀ ਹੈਗੀ, ਤੇ ਦੂਸਰੀ ਸਾਈਡ ਜਿਹੜੀ ਇੱਕ ਡਾਇਰੈਕਸ਼ਨ ਦੇ ਵਿੱਚ ਪਰਟੀਕੂਲਰ ਦੇ ਵਿੱਚ ਜਿਹੜੀ ਆਪਣੀ ਲਾਈਟ ਭੇਜ ਰਹੀ ਹੈ, ਜਿਵੇਂ ਡਿਸਟ੍ਰੀਬਿਊਟਡ ਲਾਈਟ ਸੋਰਸ। ਇਸ ਤੋਂ ਬਾਅਦ ਅਸੀਂ ਗੱਲ ਕੀਤੀ ਸੀਗੀ ਕਿ ਰਿਫਲੈਕਸ਼ਨ ਤੁਹਾਡੇ ਦੋ ਤਰ੍ਹਾਂ ਦੀ ਹੈ। ਡਿਫਿਊਜ਼ ਰਿਫਲੈਕਸ਼ਨ, ਜਿਹੜੀ ਸਾਰੀਆਂ ਹੀ ਡਾਇਰੈਕਸ਼ਨ ਦੇ ਵਿੱਚ ਲਾਈਟ ਇੱਕੋ ਜਿਹੀ ਰਿਫਲੈਕਟ ਹੋਈ, ਮੈਂ ਲਾਈਟ ਰਿਫਲੈਕਟਡ ਦੀ ਗੱਲ ਕਰ ਰਹੀ ਹਾਂ, ਮਤਲਬ ਲਾਈਟ ਆ ਕੇ ਕਿਸੇ ਸਰਫੇਸ 'ਤੇ ਪਈ ਤੇ ਉਹ ਫਿਰ ਰਿਫਲੈਕਟ ਹੋ ਗਈ, ਕੁਛ ਉਹਦੇ 'ਚੋਂ ਲਾਈਟ ਰਿਫਲੈਕਟ ਹੋ ਜਾਂਦੀ ਹੈ ਨਾ, ਜਿਸ ਕਰਕੇ ਅਸੀਂ ਚੀਜ਼ਾਂ ਨੂੰ ਦੇਖਦੇ ਹੈਗੇ। ਤਾਂ ਇਹ ਡਿਫਿਊਜ਼ ਰਿਫਲੈਕਸ਼ਨ, ਤੇ ਜੇ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਜ਼ਿਆਦਾ ਜਾਂਦੀ ਹੈ ਤਾਂ ਉਹ ਹੁੰਦੀ ਸਾਡੀ ਸਪੈਕੂਲਰ ਰਿਫਲੈਕਸ਼ਨ।